ਚਰਨਜੀਤ ਸਿੰਘ ਚੰਨੀ ਹੋਣਾ ਦੇ ਭਰਾ ਹੋਣ ਕਰਕੇ ਲੋਕ ਮਿਲ ਰਹੇ ਆ ਜਾਂ ਫਿਰ ਡਾਕਟਰ ਮਨੋਹਰ ਸਿੰਘ ਬਣ ਕੇ ਜਾ ਰਹੇ ਆ। ਭਰਾ ਬਣ ਕੇ ਵੀ ਜਾਣਾ, ਡਾਕਟਰ ਮਨੋਹਰ ਸਿੰਘ ਬਣ ਕੇ ਵੀ ਜਾਣਾ। ਇਹ ਵੀ ਕਿਹਾ ਜਾਏਗਾ ਕਿ ਆਪਣੇ ਭਰਾ ਨੂੰ ਨਹੀਂ ਮਨਾ ਸਕੇ ਚਰਨਜੀਤ ਸਿੰਘ ਚੰਨੀ ਤਾਂ ਬਾਹਰਲਿਆਂ ਨੂੰ ਕਿੱਦਾਂ ਮਨਾਉਣ ਜਾਣਗੇ। ਫਿਰ ਬਗਾਵਤੀ ਸੁਰਾਂ ਤਾਂ ਹੋਰ ਉੱਠ ਰਹੀਆਂ ਨੇ ਪਾਰਟੀ 'ਚ। ਤੁਹਾਡੇ ਇਲੈਕਸ਼ਨ ਲੜਨ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਚਰਨਜੀਤ ਸਿੰਘ ਚੰਨੀ ਦੀ ਇਮੇਜ ਤੇ ਫਰਕ ਪਊਗਾ? ਪ੍ਰੈਸ਼ਰ ਆਇਆ ਤੁਹਾਡੇ ਤੇ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਜਾਂ ਹੋਰ ਬੰਨਿਓ ਵੀ ਕਿ ਨਾ ਲੜੋ ਇਲੈਕਸ਼ਨ? ਤੁਸੀਂ ਤੁਹਾਨੂੰ ਟਿਕਟ ਨਾ ਮਿਲਣ ਦੀ ਵਜ੍ਹਾ ਕੀ ਮੰਨਦੇ ਹੋ? ਜਿਹਨੂੰ ਉਹਨਾਂ ਨੇ ਟਿਕਟ ਦਿੱਤੀ ਹੈ ਉਹਦੇ ਨਾਲ ਲੋਕ ਤੁਰ ਨਹੀਂ ਰਹੇ। ਉਹਨਾਂ ਨੂੰ ਲੋਕ ਜਿਹੜੇ ਹੈ ਪਿੰਡਾਂ 'ਚੋਂ ਬਿਠਾ ਰਹੇ ਹੈ, ਪਿੰਡਾਂ 'ਚ ਉਹਨੂੰ ਪੁੱਛ ਰਹੇ ਹੈ ਕਿ ਤੂੰ ਹੁਣ ਤੱਕ ਕੀ ਕਰਿਆ। ਜੀਪੀ ਹੁਣੀ ਕਹਿੰਦੇ ਕਿ ਮੈਂ ਬਹੁਤ ਕੰਮ ਕੀਤੇ, ਕਹਿੰਦੇ ਕਿ ਜਿੰਨੇ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਲਗਭਗ ਵਾਅਦੇ ਪੂਰੇ ਕਰਤੇ। ਉਹਦੀ ਕੋਈ ਐਸੀ ਪ੍ਰੋਗਰੈਸਿਵ ਸੋਚ ਨਹੀਂ ਹੈਗੀ। ਇਹ ਸੋਚ ਲੈ ਕੇ ਬਣਨਾ ਪਏਗਾ। ਜਿੰਨੀ ਕੁ ਉਹਦੀ ਆਪਣੀ ਕੁਆਲੀਫਿਕੇਸ਼ਨ ਹੈ ਉਹਦੇ ਹਿਸਾਬ ਨਾਲ ਕੰਮ ਕਰਦਾ, ਉਹਦੇ ਹਿਸਾਬ ਨਾਲ ਕੰਮ ਉਹ ਫੇਲ ਹੋ ਗਿਆ, ਉਹਦੇ ਹਿਸਾਬ ਨਾਲ ਇੱਥੇ ਕੋਈ ਕੰਮ ਨਹੀਂ ਹੋਇਆ। ਮੌਜੂਦਾ ਸੀਐਮ ਦੇ ਭਰਾ ਹੋ ਤੁਸੀਂ, ਪਰ ਤੁਹਾਨੂੰ ਟਿਕਟ ਨਹੀਂ ਮਿਲੀ। ਸਾਬਕਾ ਸੀਐਮ ਬੀਬੀ ਰਜਿੰਦਰ ਕੌਰ ਭੱਠਲ ਉਹਨਾਂ ਦੇ ਜਵਾਈ ਨੂੰ ਵੀ ਟਿਕਟ ਮਿਲ ਗਈ। ਇਸ ਚੀਜ਼ ਨੂੰ ਕਿੱਦਾਂ ਦੇਖਦੇ? ਇਹੀ ਤਾਂ ਗਲਤ ਕੰਮ ਹੋਰ ਕਰ ਰਹੇ ਹੈ। ਗਰੁੱਪਿਜ਼ਮ ਬਣਾ ਕੇ ਟਿਕਟਾਂ ਦੇਣੀਆਂ, ਉੱਥੇ ਹੀ ਤਾਂ ਇਹ ਮਾਰ ਖਾ ਰਹੀ ਹੈ ਪਾਰਟੀ। ਭਰਾ ਨੇ ਸਪੋਰਟ ਨਹੀਂ ਕੀਤੀ ਜਾਂ ਉਨੀ ਨਹੀਂ ਕਰ ਪਾਏ ਜਿੱਥੋਂ ਤੱਕ ਕਰਨੀ ਚਾਹੀਦੀ ਸੀ? ਭਰਾ ਨੇ ਸਪੋਰਟ ਕੀਤੀ, ਕਰੀ ਹੈ ਸਪੋਰਟ, ਤੇ ਲੇਕਿਨ ਟਿਕਟ ਨਹੀਂ ਮਿਲੀ। ਇੱਕ ਡਿਫਰੈਂਟ ਗੱਲ ਹੈ, ਕੋਈ ਗੱਲ ਨਹੀਂ। ਕਾਂਗਰਸ ਦੇ ਵਿੱਚ ਤੁਸੀਂ ਗਰੁੱਪਿਜ਼ਮ ਦੀ ਗੱਲ ਕਰ ਰਹੇ ਹੋ, ਦੂਸਰਾ ਗਰੁੱਪ ਇਹ ਗੱਲ ਕਵੇ ਕਿ ਭਾਈ ਉਹ ਤਾਂ ਆਪਦੇ ਭਰਾ ਨੂੰ ਨਹੀਂ ਮਨਾ ਸਕੇ ਤਾਂ ਦੂਜਿਆਂ ਨੂੰ ਕਿਵੇਂ ਮਨਾਉਣਗੇ? ਫੇਸ ਹੋਣੇ ਚਾਹੀਦੇ ਆ ਸੀਐਮ ਚੰਨੀ ਹੋਣੀ। ਦੇਖੋ, ਜੇ ਉਹਨਾਂ ਨੇ ਕੰਮ ਵਧੀਆ ਕਰਿਆ ਤਾਂ ਸੀਐਮ ਫੇਸ ਬਣਾਉਣਾ ਚਾਹੀਦਾ ਉਹਨਾਂ ਨੂੰ। ਦੁਬਾਰਾ ਬਣ ਸਕਦੇ ਮੁੱਖ ਮੰਤਰੀ? ਬਿਲਕੁਲ ਬਣ ਸਕਦੇ ਆ। ਸੀਐਮ ਚਰਨਜੀਤ ਸਿੰਘ ਚੰਨੀ ਦੇ ਸਕੇ ਭਰਾ ਡਾਕਟਰ ਮਨੋਹਰ ਸਿੰਘ ਵੀ ਚੋਣ ਅਖਾੜੇ ਦੇ ਵਿੱਚ ਕੁੱਦ ਪਏ ਨੇ। ਇਹਨਾਂ ਨੇ ਪਹਿਲਾਂ ਸ਼ੁਰੂ ਕੀਤੀ ਖਿਲਾਫਤ, ਕਿਹਾ ਕਿ ਬੱਸੀ ਪਠਾਣਾ ਤੋਂ ਮੇਰਾ ਟਰਾਂਸਫਰ ਕਰਵਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਫਿਰ ਕਾਂਗਰਸ ਤੋਂ ਟਿਕਟ ਮੰਗੀ ਤੇ ਨਾਲ ਹੀ ਜੋ ਗੁਰਪ੍ਰੀਤ ਸਿੰਘ ਜੀਪੀ ਕਾਂਗਰਸੀ ਵਿਧਾਇਕ ਨੇ ਉਹਨਾਂ ਤੇ ਇਲਜ਼ਾਮ ਵੀ ਲਾਏ ਤੇ ਹੁਣ ਨੋਮੀਨੇਸ਼ਨ ਵੀ ਫਾਈਲ ਕਰ ਦਿੱਤਾ। ਸਾਡੇ ਨਾਲ ਮੌਜੂਦ ਨੇ ਚਰਨਜੀਤ ਸਿੰਘ ਚੰਨੀ ਹੋਣਾ ਦੇ ਸਕੇ ਛੋਟੇ ਭਰਾ ਡਾਕਟਰ ਮਨੋਹਰ ਸਿੰਘ। ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਪ੍ਰਚਾਰ ਪ੍ਰਸਾਰ ਕਰ ਰਹੇ ਹੋ ਤੁਸੀਂ, ਲਗਾਤਾਰ ਜਾ ਰਹੇ ਹੋ ਲੋਕਾਂ ਦੇ ਵਿੱਚ, ਨੋਮੀਨੇਸ਼ਨ ਵੀ ਫਾਈਲ ਕਰ ਦਿੱਤਾ। ਕਿਸ ਤਰ੍ਹਾਂ ਦੇਖਦੇ ਹੋ ਸਿਚੁਏਸ਼ਨ ਨੂੰ? ਚਰਨਜੀਤ ਸਿੰਘ ਚੰਨੀ ਹੋਣਾ ਦੇ ਭਰਾ ਹੋਣ ਕਰਕੇ ਲੋਕ ਮਿਲ ਰਹੇ ਆ ਜਾਂ ਫਿਰ ਡਾਕਟਰ ਮਨੋਹਰ ਸਿੰਘ ਬਣ ਕੇ ਜਾ ਰਹੇ ਹੋ? ਦੇਖੋ, ਭਰਾ ਬਣ ਕੇ ਵੀ ਜਾਣਾ, ਡਾਕਟਰ ਮਨੋਹਰ ਸਿੰਘ ਬਣ ਕੇ ਵੀ ਜਾਣਾ। ਅਸੀਂ ਜੋ ਪਿਛਲੇ 2-3 ਸਾਲਾਂ ਤੋਂ ਇਸ ਇਲਾਕੇ ਵਿੱਚ ਕੰਮ ਕਰ ਰਹੇ ਹਾਂ। ਬੱਸੀ ਪਠਾਣੇ ਇਲਾਕੇ ਵਿੱਚ ਮੇਰੀ ਪੋਸਟਿੰਗ ਹੋ ਗਈ ਸੀ, ਤੁਸੀਂ ਦੱਸਿਆ, ਮੇਰੀ ਟਰਾਂਸਫਰ ਇੱਥੋਂ ਕਰਾ ਦਿੱਤੀ। ਉਦੋਂ ਦੇ ਲੋਕ ਮੇਰੇ ਨਾਲ ਜੁੜੇ ਹੋਏ ਹੈ, ਲੋਕਾਂ ਦੇ ਮੈਂ ਕੰਮ ਕਰਾ ਰਿਹਾ। ਇੱਕ ਜਿਹੜੀ ਮੇਰਾ ਆਪਣਾ ਪ੍ਰੋਫੈਸ਼ਨ ਹੈ, ਡਾਕਟਰੀ ਪ੍ਰੋਫੈਸ਼ਨ ਹੈ, ਉਹਨੂੰ ਛੱਡ ਕੇ ਵੀ ਮੈਨੂੰ ਜੋ ਵੀ ਕੰਮ ਲੋਕਾਂ ਨੇ ਕਿਹਾ ਮੈਂ ਟਰਾਈ ਕੀਤੀ ਹੈ ਕੰਮ ਕਰਾਉਣ ਦੀ। ਅਸੀਂ ਪਿੰਡਾਂ ਦੀ ਵੀ ਲੋਕਾਂ 'ਚ ਜਾ ਰਹੇ ਹਾਂ ਕਿ ਪਿੰਡਾਂ 'ਚ ਕੋਈ ਨਾ ਕੋਈ ਡਿਵੈਲਪਮੈਂਟ ਕਰਾਈ ਜਾਵੇ, ਇਸ ਇਲਾਕੇ ਦੀ ਡਿਵੈਲਪਮੈਂਟ ਕਰਾਈ ਜਾਵੇ। ਜਿਹੜੀ ਕਿ ਇੱਥੇ ਦਾ ਇਲਾਕਾ ਪਛੜਿਆ ਇਲਾਕਾ ਬਣਾਇਆ ਹੋਇਆ ਆਪਣੇ ਲੀਡਰਾਂ ਨੇ, ਉਸ ਇਲਾਕੇ ਦੀ ਕਿਸੇ ਤਰ੍ਹਾਂ ਅਸੀਂ ਡਿਵੈਲਪਮੈਂਟ ਕਰਾਉਣੀ ਹੈ। ਇੱਥੇ ਦੇ ਸ਼ਹਿਰ ਜਿਹੜੇ ਦੋ ਹੈ, ਬੱਸੀ ਅਤੇ ਖਮਾਣੋ, ਉਹਨਾਂ ਦਾ ਮਾੜਾ ਹਾਲ ਹੈ, ਉਹਨਾਂ ਦੀ ਕਿਸੇ ਤਰ੍ਹਾਂ ਅਸੀਂ ਡਿਵੈਲਪਮੈਂਟ ਕਰਾ ਕੇ ਇਸ ਇਲਾਕੇ ਨੂੰ ਉੱਪਰ ਲੈ ਕੇ ਆਉਣਾ। ਤੁਹਾਡਾ ਟਰਾਂਸਫਰ ਨਾ ਕਰਾਇਆ ਜਾਂਦਾ ਤਾਂ ਕੀ ਫਿਰ ਵੀ ਤੁਸੀਂ ਚੋਣ ਅਖਾੜੇ ਦੇ ਵਿੱਚ ਆਉਣਾ ਸੀ, ਇਲੈਕਸ਼ਨ ਲੜਨਾ ਸੀ ਫਿਰ, ਜਾਂ ਨਹੀਂ? ਜੇ ਟਰਾਂਸਫਰ ਨਾ ਕਰਾਇਆ ਜਾਂਦਾ ਤਾਂ ਹੋ ਸਕਦਾ ਲੋਕ ਮੈਨੂੰ ਇੰਨੇ ਨਾ ਚਾਹੁੰਦੇ, ਕਿਉਂਕਿ ਮੈਂ ਉਹ ਟਰਾਂਸਫਰ ਤੋਂ ਪਹਿਲਾਂ ਜਿਹੜਾ 6 ਮਹੀਨੇ ਇੱਥੇ ਕੰਮ ਕਰਿਆ, ਉਹਦੇ ਕਰਕੇ ਮੇਰੇ ਨਾਲ ਲੋਕ ਜੁੜੇ ਸੀ। ਉਹਦੇ ਕਰਕੇ ਇੱਥੇ 2 ਦਿਨ ਲੋਕਾਂ ਨੇ ਧਰਨਾ ਰੱਖਿਆ, 2 ਦਿਨ ਸਟ੍ਰਾਈਕ ਰੱਖੀ ਕਿ ਮੇਰੀ ਟਰਾਂਸਫਰ ਕਿਉਂ ਹੋਈ ਹੈ ਇੱਥੋਂ। ਲੇਕਿਨ ਮੇਰੇ ਨਾਲ ਲੋਕਾਂ ਨੇ ਬਾਅਦ 'ਚ ਵੀ ਰਾਬਤਾ ਬਣਾਇਆ, ਮੈਂ ਲੋਕਾਂ ਦੇ ਵਿੱਚ ਰਹਿਣ ਲੱਗ ਗਿਆ। ਉਸ ਕਰਕੇ ਹੈ ਕਿ ਮੈਨੂੰ ਲੋਕਾਂ ਨੇ ਕਿਹਾ ਵੀ ਨਹੀਂ, ਤੂੰ ਆਜ਼ਾਦ ਇਲੈਕਸ਼ਨ ਲੜੋ। ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਜ਼ਿਕਰ ਨਹੀਂ ਕੀਤਾ ਭਾਈ ਇਸ ਤਰ੍ਹਾਂ ਕੀਤਾ ਐਮਐਲਏ ਨੇ ਮੇਰੇ ਨਾਲ? ਉਹ ਉਹਨਾਂ ਨੂੰ ਸਾਰਾ ਕੁਝ ਪਤਾ ਹੈ, ਸਾਰੀ ਪਾਰਟੀ ਨੂੰ ਪਤਾ ਹੈ, ਕਮਾਂਡ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਕਰਿਆ। ਲੇਕਿਨ ਜੋ ਉਹਨੇ ਕਰਿਆ ਉਹ ਗਲਤ ਕਰਿਆ ਸੀ। ਜੋ ਅਸੀਂ ਕਰ ਰਹੇ ਹਾਂ, ਆਪਣਾ ਕੰਮ ਕਰ ਰਹੇ ਹਾਂ, ਜੋ ਸਾਨੂੰ ਲੋਕ ਕਹਿ ਰਹੇ ਸੀ ਉਹ ਕੰਮ ਕਰ ਰਹੇ ਹਾਂ। ਤੇ ਤੁਹਾਨੂੰ ਮਨਾਉਣ ਵਾਸਤੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਜੇ ਇਹ ਵੀ ਫਰਕ ਪਏਗਾ? ਕਿਉਂਕਿ ਚਰਚਾ ਚੱਲ ਰਹੀ ਕਿ ਚਰਨਜੀਤ ਸਿੰਘ ਚੰਨੀ ਸੀਐਮ ਫੇਸ ਹੋ ਸਕਦੇ ਨੇ ਕਾਂਗਰਸ ਦਾ, ਔਰ ਇਹ ਵੀ ਕਿਹਾ ਜਾਏਗਾ ਕਿ ਆਪਣੇ ਭਰਾ ਨੂੰ ਨਹੀਂ ਮਨਾ ਸਕੇ ਚਰਨਜੀਤ ਸਿੰਘ ਚੰਨੀ ਤਾਂ ਬਾਹਰਲਿਆਂ ਨੂੰ ਕਿੱਦਾਂ ਮਨਾਉਣ ਜਾਣਗੇ? ਫਿਰ ਬਗਾਵਤੀ ਸੁਰਾਂ ਤਾਂ ਹੋਰ ਉੱਠ ਰਹੀਆਂ ਨੇ ਪਾਰਟੀ 'ਚ। ਜੋ ਚੰਨੀ ਸਾਹਿਬ ਨੇ ਹੁਣ ਤੱਕ ਕੰਮ ਕੀਤੇ ਹੈ, ਜਿਹੜੇ ਵੀ ਕੰਮ ਕੀਤੇ ਹੈ, ਅਸੀਂ ਉਹ ਲੋਕਾਂ 'ਚ ਉਹ ਵੀ ਦੱਸਾਂਗੇ ਕਿ ਸਾਡੇ ਭਰਾ ਨੇ ਕੰਮ ਕੀਤੇ ਹੈ, ਸਰਕਾਰ 'ਚ ਕੰਮ ਕੀਤੇ ਹੈ। ਜੋ ਮੈਂ ਕੰਮ ਕੀਤੇ ਹੈ ਹੁਣ ਤੱਕ ਉਹ ਵੀ ਮੈਂ ਦੱਸਾਂਗਾ। ਮਤਲਬ ਇਹ ਕੰਮ ਤਾਂ ਚੱਲਦੇ ਰਹਿਣੇ ਹੈ, ਇਲੈਕਸ਼ਨ ਹੁੰਦੇ ਰਹਿਣੇ, ਕੰਮ ਵੀ ਹੁੰਦੇ ਰਹਿਣੇ ਹੈ। ਇਹ ਇਸੇ ਕਰਕੇ ਜੋ ਅਸੀਂ ਇੱਥੇ ਲੋਕਾਂ ਨੇ ਸਾਨੂੰ ਕਿਹਾ ਕਿ ਇਲੈਕਸ਼ਨ ਲੜੋ, ਅਸੀਂ ਉਹਦੇ ਵਿੱਚ ਫੀਲਡ ਵਿੱਚ ਘੁੰਮ ਰਹੇ ਹਾਂ। ਅੱਜ ਵੀ ਦੇਖ ਲਓ ਤੁਸੀਂ, ਕੱਲ੍ਹ ਮੈਂ ਨੋਮੀਨੇਸ਼ਨ ਪੇਪਰਸ ਫਾਈਲ ਕਰੇ ਹੈ। ਉਹਦੇ ਵਿੱਚ ਜੇ ਤੁਸੀਂ ਦੇਖਿਆ ਹੋਵੇ ਜਾਂ ਪੇਪਰਾਂ 'ਚ ਦੇਖਿਆ ਹੋਣਾ, ਤੁਸੀਂ ਮੀਡੀਆ 'ਚ ਦੇਖਿਆ ਹੋਣਾ, ਕਿੰਨੇ ਵੱਧ ਤੋਂ ਵੱਧ ਲੋਕ ਉੱਥੇ ਘੁੰਮ ਕੇ ਆਏ। ਲੋਕਾਂ ਨੂੰ ਬਜਾਏ ਇਸ ਦੇ ਕਿ ਅਸੀਂ ਲੋਕਾਂ ਨੂੰ ਕਹਿੰਦੇ ਜਾਂ ਅਸੀਂ ਗੱਡੀਆਂ ਭੇਜਦੇ, ਲੋਕ ਖੁਦ ਆਪਣੇ ਕੋਲ ਆਏ, ਸਾਡੇ ਕੋਲ ਆਏ ਹੈ, ਕਿਉਂਕਿ ਸਾਡੇ ਨਾਲ ਪਿਆਰ ਬਣਿਆ ਹੋਇਆ ਲੋਕਾਂ ਦਾ। ਅਸੀਂ ਪਿਆਰ ਲੋਕਾਂ ਨੂੰ ਕਰਦੇ ਹਾਂ, ਲੋਕ ਸਾਨੂੰ ਪਿਆਰ ਕਰਦੇ ਹਾਂ। ਇਸੇ ਕਰਕੇ ਅਸੀਂ ਇੱਥੇ ਪਿੰਡਾਂ 'ਚ ਘੁੰਮ ਰਹੇ ਹਾਂ। ਤੁਹਾਡੇ ਇਲੈਕਸ਼ਨ ਲੜਨ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਚਰਨਜੀਤ ਸਿੰਘ ਚੰਨੀ ਦੀ ਇਮੇਜ ਤੇ ਫਰਕ ਪਊਗਾ? ਨਹੀਂ, ਕੋਈ ਇਮੇਜ 'ਤੇ ਫਰਕ ਨਹੀਂ ਪਏਗਾ। ਲੋਕ ਕਹਿਣਗੇ ਵੀ ਤੇਰਾ ਭਰਾ ਵੀ ਵਧੀਆ ਕੰਮ ਕਰ ਰਿਹਾ, ਤੂੰ ਵੀ ਵਧੀਆ ਕੰਮ ਕਰਦਾ। ਇਹ ਮੈਂ ਸੋਚ ਲੈ ਕੇ ਚੱਲਦਾ ਕਿ ਅਸੀਂ ਕੰਮ ਕਰਕੇ ਦਿਖਾਵਾਂ ਮੈਂ
ਤਾਂ ਲੋਕ ਕਹਿਣ ਸਰ ਚਰਨਜੀਤ ਸਿੰਘ ਚੰਨੀ ਨੂੰ ਕਿ ਤੁਹਾਡਾ ਭਰਾ ਵਧੀਆ ਕੰਮ ਕਰਦਾ। ਇਹ ਸੋਚ ਲੈ ਕੇ ਚੱਲ ਰਹੇ ਹਾਂ। ਮੈਂ ਕੰਮ ਕਰ ਰਿਹਾ ਤੇ ਕੰਮ ਕਰ ਰਿਹਾ। ਪ੍ਰੈਸ਼ਰ ਆਇਆ ਤੁਹਾਡੇ ਤੇ ਚਰਨਜੀਤ ਸਿੰਘ ਚੰਨੀ ਹੁਣਾਂ ਵੱਲੋਂ ਜਾਂ ਹੋਰ ਬੰਨਿਓ ਵੀ ਕਿ ਨਾ ਲੜੋ ਇਲੈਕਸ਼ਨ ਤੁਸੀਂ? ਨਹੀਂ ਕੋਈ ਜ਼ਿਆਦਾ ਪ੍ਰੈਸ਼ਰ ਨਹੀਂ ਹੈਗਾ, ਕਿਉਂਕਿ ਪਤਾ ਹੀ ਹੈ ਕਿ ਮੈਂ ਇਹ ਕੰਮ ਆਲਰੇਡੀ ਇਸ ਵਿੱਚ ਸੀ ਫੀਲਡ ਵਿੱਚ। ਹੁਣ ਮੈਂ ਫੀਲਡ ਨੂੰ ਛੱਡ ਕੇ ਜਾਵਾਂਗਾ ਤੇ ਲੋਕ ਕੀ ਕਹਿਣਗੇ ਮੈਨੂੰ। ਇਸ ਕਰਕੇ ਚੰਨੀ ਹੁਣਾਂ ਨੇ ਕਿਹਾ ਕਿ ਨਹੀਂ ਨਾ ਲੜੋ ਭਾਈ ਇਲੈਕਸ਼ਨ, ਛੋਟੇ ਭਰਾ ਹੋ ਤੁਸੀਂ ਮੇਰੇ। ਨਹੀਂ, ਛੋਟੇ ਭਰਾ ਦੀ ਗੱਲ ਨਹੀਂ ਇਹਦੇ 'ਚ ਗੱਲ ਇਹ ਹੈ ਕਿ ਉਹਨਾਂ ਨੇ ਕਾਂਗਰਸ ਨੇ ਟਿਕਟ ਨਹੀਂ ਦਿੱਤੀ। ਲੋਕਾਂ 'ਚ ਰੋਸ ਵਧਿਆ ਕਿ ਟਿਕਟ ਨਹੀਂ ਦਿੱਤੀ। ਰੋਸ ਵਧਣ ਕਰਕੇ ਲੋਕਾਂ ਨੇ ਮੈਨੂੰ ਕਿਹਾ ਕਿ ਇਲੈਕਸ਼ਨ ਲੜ, ਆਪਾਂ ਇਸ ਕਰਕੇ ਇਲੈਕਸ਼ਨ ਲੜ ਰਹੇ ਹਾਂ। ਜੀਪੀ ਹੁਣਾਂ ਨੂੰ ਹਰਾਉਣਾ ਮਕਸਦ ਹੈ ਜਾਂ ਕੰਮ ਦੇ ਮਕਸਦ ਨੂੰ ਲੈ ਕੇ ਉਤਰੇ ਹੋ ਮੈਦਾਨ ਦੇ ਵਿੱਚ? ਦੇਖੋ, ਜਿਹੜੀ ਪੋਲਿਟਿਕਸ 'ਚ ਲੋਕ ਨੂੰ ਕਰਨੀ ਚਾਹੀਦੀ ਹੈ। ਮੈਂ ਜੋ ਕਹਿੰਦਾ ਕਿ ਜੇ ਮੈਂ ਪੋਲੀਟੀਸ਼ੀਅਨ ਬਣਿਆ ਜਾਂ ਪੋਲਿਟਿਕਸ ਵਿੱਚ ਆਇਆ ਤਾਂ ਮੈਂ ਪਾਵਰ ਲੈਣ ਵਾਸਤੇ ਨਹੀਂ ਆਇਆ। ਮੈਨੂੰ ਕੋਈ ਇਹ ਨਹੀਂ, ਮੈਂ ਐਮ ਨਾਟ ਪਾਵਰ ਹੰਗਰੀ ਕਿ ਮੈਨੂੰ ਪਾਵਰ ਚਾਹੀਦੀ ਹੈ ਜੀ। ਮੈਂ ਪਹਿਲਾਂ ਹੀ ਕਲਾਸ 1 ਆਫੀਸਰ ਜੌਬ ਕੀਤੀ ਹੈ। ਮੇਰਾ ਚੰਗਾ ਦੋਸਤੀ ਸਰਕਲ ਹੈ, ਅਫਸਰਾਂ 'ਚ ਵੀ ਸਰਕਲ ਹੈ। ਮੈਨੂੰ ਪਾਵਰ ਨਹੀਂ ਚਾਹੀਦੀ। ਮੈਂ ਚਾਹੁੰਦਾ ਕਿ ਕੋਈ ਰਿਸਪੌਂਸਿਬਿਲਟੀ ਹੋਵੇ, ਕੋਈ ਵਿਜ਼ਨ ਹੋਵੇ। ਵਿਜ਼ਨ ਐਂਡ ਰਿਸਪੌਂਸਿਬਿਲਟੀ, ਜ਼ਿੰਮੇਵਾਰੀ ਅਤੇ ਸੋਚ, ਲੰਬੀ ਸੋਚ ਲੈ ਕੇ ਚੱਲਾਂਗੇ ਅਸੀਂ ਇਲਾਕੇ ਦਾ ਕੁਝ ਕਰਾਂਗੇ। ਇਸ ਕਰਕੇ ਮੈਂ ਕੰਮ ਕਰਨਾ ਚਾਹੁੰਦਾ ਇਸ ਇਲਾਕੇ ਵਿੱਚ ਅਤੇ ਇਹੀ ਮੈਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਕਰੋ। ਤੁਹਾਨੂੰ ਟਿਕਟ ਨਾ ਮਿਲਣ ਦੀ ਵਜ੍ਹਾ ਕੀ ਮੰਨਦੇ ਹੋ? ਦੇਖੋ, ਇਹ ਤਾਂ ਜਿਨ੍ਹਾਂ ਨੇ ਟਿਕਟ ਦੇਣੀ ਹੈ ਉਹਨਾਂ ਨੂੰ ਪਤਾ ਹੋਏਗਾ ਵੀ ਕਿਉਂ ਨਹੀਂ ਟਿਕਟ ਦੇ ਰਹੇ। ਜੇ ਮੈਂ ਕਹਿ ਰਿਹਾ ਸੀ ਕਿ ਵਿਨੇਬਿਲਿਟੀ ਕ੍ਰਾਈਟੇਰੀਆ ਤੁਸੀਂ ਬਣਾਇਆ, ਉਹਦੇ ਅਕੋਰਡਿੰਗਲੀ ਮੈਨੂੰ ਟਿਕਟ ਦੇ ਦਿਓ। ਜੇ ਤੁਸੀਂ ਫੀਲਡ ਵਿੱਚ ਦੇਖੋ, ਫੀਲਡ ਵਿੱਚ ਸਾਡੇ ਨਾਲ ਲੋਕ ਇੰਨੇ ਤੁਰੇ ਹੋਏ ਆ ਔਰ ਜਿਹਨੂੰ ਉਹਨਾਂ ਨੇ ਟਿਕਟ ਦਿੱਤੀ ਹੈ ਉਹਦੇ ਨਾਲ ਲੋਕ ਤੁਰ ਨਹੀਂ ਰਹੇ। ਉਹਨਾਂ ਨੂੰ ਲੋਕ ਜਿਹੜੇ ਹੈ ਪਿੰਡਾਂ 'ਚੋਂ ਨਿਠਾ ਰਹੇ ਹੈ, ਪਿੰਡਾਂ 'ਚ ਉਹਨੂੰ ਪੁੱਛ ਰਹੇ ਹੈ ਕਿ ਤੂੰ ਹੁਣ ਤੱਕ ਕੀ ਕਰਿਆ। ਮੈਂ ਸਿਰਫ ਵਿਜ਼ਨ ਲੈ ਕੇ ਔਰ ਜ਼ਿੰਮੇਵਾਰੀ ਸਮਝ ਕੇ ਔਰ ਪ੍ਰੋਗਰੈਸਿਵ ਸੋਚ ਲੈ ਕੇ, ਪ੍ਰੋਗਰੈਸਿਵ ਸੋਚ ਹੋਗੀ, ਡਿਵੈਲਪਮੈਂਟਲ ਸੋਚ ਹੋਏਗੀ, ਤਾਂ ਅਸੀਂ ਕੰਮ ਕਰ ਰਹੇ ਹਾਂ। ਪਰ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਕੰਮਕਾਜ ਹੋਏ ਆ? ਨਹੀਂ, ਹੁਣ ਕਿ ਸੜਕਾਂ ਦੱਸ ਰਹੀਆਂ ਨੇ ਕਿ ਵਿਕਾਸ ਖਾਸਾ ਹੋਇਆ, ਖੱਡੇ ਖੁੱਡੇ ਬਾਬਾ ਪਏ ਹੋਏ ਦੱਸ ਰਹੇ ਕਿ ਕੰਮਕਾਜ ਬਾਬਾ ਚੰਗੇ ਹੋਏ ਹੋਏ ਆ। ਤੁਸੀਂ ਹੁਣ ਆਪਾਂ ਦੇਖ ਲਓ ਜੀ, ਗੱਡੀ 'ਚ ਬੈਠ ਵੀ ਨਹੀਂ ਹੁੰਦਾ, ਇੰਨਾ ਵਿਕਾਸ ਹੋਇਆ ਹੈ। ਵਿਕਾਸ ਕੋਈ ਨਹੀਂ ਹੋਇਆ, ਕੋਈ ਪ੍ਰੋਜੈਕਟ ਨਹੀਂ ਆਇਆ, ਕੋਈ ਇੱਥੇ ਸਕੂਲ ਅਪਗ੍ਰੇਡ ਨਹੀਂ ਹੋਇਆ, ਕੋਈ ਬੱਸ ਸਟੈਂਡ ਅਪਗ੍ਰੇਡ ਨਹੀਂ ਹੋਇਆ, ਕੋਈ ਕਾਲਜ ਨਹੀਂ ਬਣਿਆ, ਕੋਈ ਜਿਹੜੇ ਇੱਥੇ ਲੋਕਾਂ ਨੂੰ ਸੁਵਿਧਾਵਾਂ ਜਿਹੜੀਆਂ ਡਿਫਿਕਲਟੀਜ਼ ਹੈਗੀਆਂ ਕੋਈ ਉਹ ਕਿਸੇ ਨੇ ਪੂਰੀਆਂ ਕਰਨ ਦੀ ਕੋਸ਼ਿਸ਼ ਨਹੀਂ ਕਰੀ। ਇੱਥੇ ਤਾਂ ਸਿਰਫ ਲੋਕ ਇਸ ਕਰਕੇ ਆਉਂਦੇ ਆ ਕਿ ਐਮਐਲਏ ਬਣੋ, ਆਪਣਾ ਚੰਡੀਗੜ੍ਹ ਫਲੈਟ 'ਚ ਰਹੋ। ਆਪਾਂ ਉਹ ਸੋਚ ਨਹੀਂ ਹੈ, ਅਸੀਂ ਕੋਈ ਚੰਡੀਗੜ੍ਹ ਨਹੀਂ ਰਹਿਣਾ। ਮੈਂ ਪਹਿਲਾਂ ਵੀ ਅਸੀਂ ਚੰਡੀਗੜ੍ਹ ਵਾਲੀ ਸਾਈਡ ਰਹਿੰਦੇ ਹਾਂ, ਅਸੀਂ ਤਾਂ ਲੋਕਾਂ 'ਚ ਰਹਿਣਾ। ਜੀਪੀ ਹੁਣਾਂ ਨੇ ਕੋਈ ਪ੍ਰੈਸ਼ਰਾਈਜ਼ ਨਹੀਂ ਕਰਾਇਆ ਇੱਧਰੋਂ ਉੱਧਰੋਂ ਬਈ ਭਾਈ ਸਾਹਿਬ ਹੁਣਾਂ ਨੂੰ ਕਹੋ ਕਿ ਨਾ ਇਲੈਕਸ਼ਨ ਲੜਨ? ਉਹ ਕੰਮ ਨਾਲ ਚੱਲੀ ਜਾਣਾ, ਬਟ ਅਸੀਂ ਨਾਲ ਆਪਣਾ ਕੰਮ ਕਰੀ ਜਾਣਾ। ਉਹਨਾਂ ਵੱਲੋਂ ਆਇਆ ਕੋਈ ਸੁਨੇਹਾ ਇਸ ਤਰ੍ਹਾਂ ਦਾ? ਨਹੀਂ, ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਨਾਲ ਉਹਨਾਂ ਨੇ ਵੀ ਕਰੀ ਜਾਣਾ। ਬਥੇਰਾ ਕਹਿ ਰਹੇ ਹੋ, ਲੇਕਿਨ ਕੁਛ ਨਹੀਂ, ਕੋਈ ਕਿਸੇ ਕਿਸਮ ਦਾ ਕੋਈ ਲਾਲਚ ਸਾਨੂੰ ਨਾ ਕੋਈ ਦੇ ਸਕਦਾ, ਨਾ ਅਸੀਂ ਲਾਲਚ ਵਿੱਚ ਆ ਸਕਦੇ ਹਾਂ। ਅਸੀਂ ਇਲੈਕਸ਼ਨ ਲੜਨਾ ਤੇ ਲੜ ਰਹੇ ਹਾਂ। ਮੁੱਦੇ ਕਿਹੜੇ ਨੇ ਡਾਕਟਰ ਮਨੋਹਰ ਸਿੰਘ ਹੁਣਾਂ ਦੇ? ਦੇਖੋ, ਮੈਂ ਦੱਸਦਾ, ਇੱਥੇ ਇੱਕ ਤਾਂ ਪਿੰਡਾਂ ਦਾ ਈਵਨ 2 ਸ਼ਹਿਰ ਹੈ ਇੱਥੇ, ਉਹਨਾਂ ਦਾ ਵੀ ਇੱਥੇ ਲੋਕਾਂ ਦਾ ਰਹਿਣ ਸਹਿਣ ਦਾ ਮਿਆਰ ਅਸੀਂ ਉੱਪਰ ਚੁੱਕਣਾ ਚਾਹੁੰਦੇ ਹਾਂ। ਕੁਆਲਿਟੀ ਆਫ ਲਿਵਿੰਗ ਜਿਹੜੀ ਉਹ ਹੋਣੀ ਚਾਹੀਦੀ ਹੈ। ਲੋਕ ਕਿਉਂ ਬਾਹਰ ਨੂੰ ਬੱਚੇ ਦੌੜਦੇ ਆ, ਉਹ ਇਸੇ ਕਰਕੇ ਦੌੜਦੇ ਆ ਕਿ ਇੱਥੇ ਲਿਵਿੰਗ ਜਿਹੜੀ ਕੁਆਲਿਟੀ ਹੈ, ਰਹਿਣ ਸਹਿਣ ਦਾ ਮਿਆਰ ਉਹ ਵਧੀਆ ਨਹੀਂ ਹੈ। ਉਹ ਆਪਾਂ ਵਧੀਆ ਕਰਨਾ ਚਾਹੁੰਦੇ। ਇੱਥੇ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਚਲੋ, ਸੜਕਾਂ ਬਣਾਉਣੀਆਂ, ਗਲੀਆਂ ਬਣਾਉਣੀਆਂ, ਇਹ ਤਾਂ ਗੌਰਮੈਂਟ ਦੀ ਵੈਸੇ ਵੀ ਜ਼ਿੰਮੇਵਾਰੀ ਹੈ। ਕੋਈ ਬਹੁਤਾ ਇਹਦਾ ਮਤਲਬ ਜੇ ਸੜਕਾਂ ਵੀ ਨਹੀਂ ਬਣੀਆਂ ਇਹਦਾ ਮਤਲਬ ਐਮਐਲਏ ਬਹੁਤਾ ਹੀ ਮਾੜਾ ਸੀ, ਠੀਕ ਹੈ ਨਾ। ਇਹ ਤਾਂ ਵੈਸੇ ਵੀ ਗੌਰਮੈਂਟ ਨੇ ਬਣਾਉਣੀ ਹੈ। ਕੋਈ ਐਮਐਲਏ ਨਾ ਜਾਵੇ, ਜਿੱਥੇ ਦਾ ਕੋਈ ਆਪੋਜੀਸ਼ਨ ਦਾ ਐਮਐਲਏ ਹੁੰਦਾ ਉੱਥੇ ਵੀ ਸੜਕਾਂ ਬਣਦੀਆਂ। ਲੇਕਿਨ ਇੱਥੇ ਦੇ ਪਿੰਡਾਂ 'ਚ ਕੋਈ ਇੰਨੀ ਹੈ। ਮੈਂ ਪੰਚਾਇਤਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਦੱਸੋ ਕਿ ਕਿਹਦੇ ਕੋਲ ਪੰਚਾਇਤੀ ਲੈਂਡ ਹੈ, ਉਹਦੇ 'ਚ ਆਪਾਂ ਕੋਈ ਫੈਕਟਰੀ ਲਵਾਈਏ, ਕੋਈ ਇੰਡਸਟਰੀ ਲੈ ਕੇ ਆਈਏ ਤਾਂ ਕਿ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲੇ। ਮੈਂ ਚਾਹੁੰਦਾ ਕੋਈ ਇੱਥੇ ਜਿਹੜੇ ਸਕੂਲ, ਮਾਡਲ ਸਕੂਲ ਬਣ, ਵਧੀਆ ਸਕੂਲ ਬਣ, ਇੰਗਲਿਸ਼ ਮੀਡੀਅਮ ਦੇ ਸਕੂਲ ਬਣ। ਮੈਂ ਚਾਹੁੰਦਾ ਕਿ ਇੱਥੇ ਕਾਲਜ ਬਣੇ ਕੋਈ। ਮੈਂ ਚਾਹੁੰਦਾ ਕਿ ਇੱਥੇ ਜਿਹੜੇ ਫਾਟਕਾਂ 'ਤੇ ਲੋਕ ਵਿਚਾਰੇ ਹੈਰਾਨ ਹੁੰਦੇ ਉੱਥੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣੇ। ਇਸ ਤਰ੍ਹਾਂ ਦੇ ਕੰਮ ਅਸੀਂ ਲੈ ਕੇ ਚੱਲਣੇ ਆ। ਜੀਪੀ ਹੁਣੀ ਕਹਿੰਦੇ ਕਿ ਮੈਂ ਬਹੁਤ ਕੰਮ ਕੀਤੇ, ਕਹਿੰਦੇ ਕਿ ਜਿੰਨੇ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਲਗਭਗ ਵਾਅਦੇ ਪੂਰੇ ਕਰਤੇ। ਉਹਦਾ ਕੋਈ ਵਾਅਦਾ ਨਹੀਂ, ਕੋਈ ਉਹਦਾ ਪੂਰਾ ਕੁਝ ਨਹੀਂ ਪੂਰਾ ਹੁੰਦਾ। ਉਹਦੀ ਕੋਈ ਐਸੀ ਪ੍ਰੋਗਰੈਸਿਵ ਸੋਚ ਨਹੀਂ ਹੈਗੀ। ਇਹ ਸੋਚ ਲੈ ਕੇ ਬਣਨਾ ਪਏਗਾ। ਜਿੰਨੀ ਕੁ ਉਹਦੀ ਆਪਣੀ ਕੁਆਲੀਫਿਕੇਸ਼ਨ ਆ ਉਹਦੇ ਹਿਸਾਬ ਨਾਲ ਕੰਮ ਕਰਦਾ, ਉਹਦੇ ਹਿਸਾਬ ਨਾਲ ਕੰਮ ਉਹ ਫੇਲ ਹੋ ਗਿਆ, ਉਹਦੇ ਹਿਸਾਬ ਨਾਲ ਇੱਥੇ ਕੋਈ ਕੰਮ ਨਹੀਂ ਹੋਇਆ ਹੈਗਾ। ਤਾਂ ਮੈਂ ਇਹ ਪੁੱਛ ਰਿਹਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਤੋਂ ਤੁਸੀਂ ਟਿਕਟ ਮੰਗ ਰਹੇ ਸੀ, ਕਾਂਗਰਸ ਨੇ ਟਿਕਟ ਨਹੀਂ ਦਿੱਤਾ ਔਰ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਕਰੀਬੀ ਜਿਹੜੇ ਨਾਲ ਰਹਿੰਦੇ ਸਮਿਥ ਹੁਣਾਂ ਨੂੰ ਟਿਕਟ ਦੇ ਦਿੱਤਾ, ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਹਾਲਾਂਕਿ ਕਿਹਾ ਗਿਆ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਟਿਕਟ ਹੀ ਦਿੱਤੀ ਜਾਏਗੀ, ਕਿ ਤੁਹਾਨੂੰ ਇਹ ਲੱਗਦਾ ਇਹ ਫਾਰਮੂਲਾ ਹੋਏਗਾ ਕਿ ਇੱਕ ਪਰਿਵਾਰ 'ਚ ਇੱਕ ਟਿਕਟ? ਦੇਖੋ, ਇੱਕ ਪਰਿਵਾਰ ਵਾਲੇ ਦਾ ਕੋਈ ਕ੍ਰਾਈਟੇਰੀਆ ਰਿਹਾ ਹੀ ਨਹੀਂ। ਉਹ ਤਾਂ ਕਈ ਲੋਕਾਂ ਨੂੰ ਇੱਕ ਫੈਮਿਲੀ 'ਚ 2 ਟਿਕਟਾਂ ਮਿਲੀਆਂ।
ਲੇਕਿਨ ਅਮਰ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚ ਚੌਧਰੀ ਸੰਤੋਖ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚ ਵੀ ਦੋ ਟਿਕਟਾਂ ਗਈਆਂ ਨੇ। ਬਿਲਕੁਲ ਉਹਨਾਂ ਨੂੰ 2-2 ਟਿਕਟਾਂ ਮਿਲੀਆਂ ਤੇ ਮੈਂ ਜੋ ਠੀਕ ਸਮਝਦਾ ਸੀ, ਜੋ ਮੈਂ ਲੀਡਰਸ ਨੂੰ, ਹਾਈ ਕਮਾਂਡ ਦੇ ਲੀਡਰਸ ਨੂੰ ਵੀ ਮਿਲਿਆ, ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਸੀ ਕਿ ਜੇ ਗਵਰਨਮੈਂਟ ਬਣਾਉਣੀ ਹੈ ਤਾਂ ਵਿਨੇਬਿਲਿਟੀ ਸ਼ੁੱਡ ਬੀ ਦੀ ਕ੍ਰਾਈਟੇਰੀਆ। ਆਲਦੋ ਅਸੀਂ ਕੈਂਡੀਡੇਟ ਦਾ ਬੈਕਗਰਾਉਂਡ ਦੇਖਣਾ ਚਾਹੀਦਾ, ਕੁਆਲੀਫਿਕੇਸ਼ਨ ਵੀ ਦੇਖਣੀ ਚਾਹੀਦੀ ਹੈ, ਉਹਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ, ਉਹ ਇੱਕ ਡਿਫਰੈਂਟ ਗੱਲ ਹੈ, ਉਹ ਵੀ ਦੇਖਣਾ ਚਾਹੀਦਾ। ਬਟ ਮੇਨ ਇਸ਼ੂ ਰੱਖਣਾ ਚਾਹੀਦਾ ਕਿ ਵਿਨੇਬਿਲਿਟੀ ਸਿਰਫ ਇਸ ਕਰਕੇ ਦੇ ਦੇਣੀ ਹੈ ਕਿ ਇਹ ਉਹਦੇ ਗਰੁੱਪ 'ਚ ਹੈ, ਉਹਦੇ ਗਰੁੱਪ 'ਚ ਹੈ, ਉਹਦਾ ਭਤੀਜਾ ਹੈ, ਉਹਦਾ ਭਾਣਜਾ ਹੈ, ਇਹ ਇਸ ਤਰ੍ਹਾਂ ਟਿਕਟਾਂ ਦੇ ਦੇਣ ਨਹੀਂ ਠੀਕ ਹੁੰਦਾ। ਲੇਕਿਨ ਮੈਂ ਹੁਣ ਕਿਉਂਕਿ ਪਾਰਟੀ ਵਿੱਚ ਨਹੀਂ ਆ, ਇਸ ਕਰਕੇ ਮੈਂ ਉਹਨਾਂ ਨੂੰ ਪਾਰਟੀ ਨੂੰ ਨਾ ਤਾਂ ਨਸੀਹਤ ਦੇਵਾਂ, ਨਾ ਮੈਂ ਪਾਰਟੀ ਦੇ ਕੋਈ ਅਗੇਂਸਟ ਬੋਲਾਂ। ਉਹਨਾਂ ਨੇ ਜੋ ਕਰਿਆ ਮੈਂ ਕਹਿੰਦਾ ਠੀਕ ਕਰਿਆ, ਲੇਕਿਨ ਜੋ ਮੈਂ ਕਰ ਰਿਹਾ ਮੈਂ ਖੁਦ ਆਪਣੇ ਹਿਸਾਬ ਨਾਲ, ਲੋਕਾਂ ਦੇ ਹਿਸਾਬ ਨਾਲ ਠੀਕ ਕਰ ਰਿਹਾ। ਦੇਖੋ ਮੌਜੂਦਾ ਸੀਐਮ ਦੇ ਭਰਾ ਹੋ ਤੁਸੀਂ, ਪਰ ਤੁਹਾਨੂੰ ਟਿਕਟ ਨਹੀਂ ਮਿਲੀ। ਸਾਬਕਾ ਸੀਐਮ ਬੀਬੀ ਰਜਿੰਦਰ ਕੌਰ ਭੱਠਲ ਉਹਨਾਂ ਦੇ ਜਵਾਈ ਨੂੰ ਵੀ ਟਿਕਟ ਮਿਲ ਗਈ, ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਮੈਂ ਉਹੀ ਗੱਲ ਕਰ ਰਿਹਾ ਨਾ, ਇਹੀ ਤਾਂ ਫਿਰ ਮੈਂ ਉਹ ਕਹਿੰਦਾ ਨਾ, ਮੈਂ ਕਿਉਂ ਬੋਲਾਂ ਇਹਨਾਂ ਦੇ ਅਗੇਂਸਟ। ਇਹੀ ਤਾਂ ਗਲਤ ਕੰਮ ਹੋਰ ਕਰ ਰਹੇ ਹੈ। ਕਿਸੇ ਨੂੰ ਟਿਕਟ ਦੇਤੀ ਇਸ ਕਰਕੇ ਕਿ ਉਹਦਾ ਕੋਈ ਕਰੀਬੀ ਹੈ ਜਾਂ ਉਹਦੇ ਗਰੁੱਪ 'ਚ ਹੈ ਜਾਂ ਕੋਈ ਇੱਕ ਗਰੁੱਪ ਨੂੰ ਚੱਕਣਾ ਹੈ, ਗਰੁੱਪਿਜ਼ਮ ਬਣਾ ਕੇ ਟਿਕਟਾਂ ਦੇਣੀਆਂ, ਉੱਥੇ ਹੀ ਤਾਂ ਇਹ ਮਾਰ ਖਾ ਰਹੀ ਹੈ ਪਾਰਟੀ। ਕਿਉਂਕਿ ਹੁਣ ਮੈਂ ਪਾਰਟੀ 'ਚ ਨਹੀਂ ਹੈ, ਇਸ ਕਰਕੇ ਮੈਂ ਨਾ ਇਹਨੂੰ ਕ੍ਰਿਟੀਸਾਈਜ਼ ਕਰਾਂ, ਨਾ ਕੋਈ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ। ਸਿੱਧੂ ਹੁਣਾਂ ਨਾਲ ਡਿਸਕਸ਼ਨ ਹੋਇਆ ਸੀ ਤੁਹਾਡਾ? ਸਿੱਧੂ ਨਾਲ ਮੇਰਾ ਆਪਣਾ ਡਿਸਕਸ਼ਨ ਨਹੀਂ ਹੋਇਆ, ਬਟ ਸਿੱਧੂ ਸਾਹਿਬ ਪ੍ਰੈਜ਼ੀਡੈਂਟ ਸੀ, ਹੁਣ ਪ੍ਰੈਜ਼ੀਡੈਂਟ ਹੈ ਪਾਰਟੀ ਦੇ। ਹੀ ਸ਼ੁੱਡ ਹੈਵ ਇਨ ਨੌਲੇਜ ਆਫ ਐਵਰੀਥਿੰਗ ਕਿ ਕਿੱਥੇ ਕੀ ਹੋ ਰਿਹਾ, ਕਿਹਨੂੰ ਟਿਕਟ ਮਿਲਣੀ ਚਾਹੀਦੀ, ਕਿਹਨੂੰ ਨਹੀਂ ਮਿਲਣੀ ਚਾਹੀਦੀ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ। ਤੇ ਲੇਕਿਨ ਸਮਹਾਉ ਪਤਾ ਨਹੀਂ ਹੈ ਕੀ ਡਿਵੈਲਪਮੈਂਟ ਹੋਈ, ਕਿਸ ਤਰ੍ਹਾਂ ਹੋਈ। ਵਾਈ ਟੂ ਬਲੇਮ ਐਨੀਬਡੀ, ਐਨੀ ਸਿੰਗਲ ਪਰਸਨ। ਜੋ ਹੋ ਗਿਆ ਠੀਕ ਹੋ ਗਿਆ। ਲੱਗਦਾ ਭਰਾ ਨੇ ਸਪੋਰਟ ਨਹੀਂ ਕੀਤੀ ਜਾਂ ਉਨੀ ਨਹੀਂ ਕਰ ਪਾਏ ਜਿੱਥੋਂ ਤੱਕ ਕਰਨੀ ਚਾਹੀਦੀ ਸੀ। ਭਰਾ ਨੇ ਸਪੋਰਟ ਕੀਤੀ, ਕਰੀ ਹੈ ਸਪੋਰਟ, ਤੇ ਲੇਕਿਨ ਟਿਕਟ ਨਹੀਂ ਮਿਲੀ, ਇੱਕ ਡਿਫਰੈਂਟ ਗੱਲ ਹੈ, ਕੋਈ ਗੱਲ ਨਹੀਂ ਹੈ। ਤਾਂ ਲੱਗਦਾ ਨਹੀਂ ਫਿਰ ਭਰਾ ਦੇ ਕਰਕੇ ਛੱਡ ਦੇਣਾ ਚਾਹੀਦਾ ਸੀ ਵੀ ਠੀਕ ਹੈ ਮੇਰਾ ਭਰਾ ਮੁੱਖ ਮੰਤਰੀ ਆ ਔਰ ਰੇਸ ਦੇ ਵਿੱਚ ਵੀ ਚੱਲ ਰਿਹਾ, ਕਿਤੇ ਉਹਨਾਂ ਦੀ ਇਮੇਜ ਨੂੰ ਡੈਂਟ ਨਾ ਪਵੇ। ਉਹ ਕਹਿਣ ਕਿ ਜਿਹੜਾ ਕਾਂਗਰਸ ਦੇ ਵਿੱਚ ਤੁਸੀਂ ਗਰੁੱਪਿਜ਼ਮ ਦੀ ਗੱਲ ਕਰ ਰਹੇ ਹੋ, ਦੂਸਰਾ ਗਰੁੱਪ ਇਹ ਗੱਲ ਕਵੇ ਕਿ ਭਾਈ ਉਹ ਤਾਂ ਆਪਦੇ ਭਰਾ ਨੂੰ ਨਹੀਂ ਮਨਾ ਸਕੇ ਤਾਂ ਦੂਜਿਆਂ ਨੂੰ ਕਿਵੇਂ ਮਨਾਉਣਗੇ। ਭਰਾ ਜੀ ਦੀ ਇਮੇਜ ਤੇ ਉਦੋਂ ਨੁਕਸਾਨ ਹੋਏਗਾ ਜਦੋਂ ਮੈਂ ਗਲਤ ਕੰਮ ਕਰਾਂਗਾ। ਕੋਈ ਮੈਂ ਸਹੀ ਕੰਮ ਕਰਦਾ। ਪਾਰਟੀ ਦੇ ਤਾਂ ਖਿਲਾਫ ਹੀ ਹੋਏਗਾ ਇਹ ਉਹਨਾਂ ਦੀ ਪਾਰਟੀ ਦੇ, ਕਿਉਂਕਿ ਸਕਾ ਭਰਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਿਹਾ। ਨਹੀਂ ਦੇਖੋ ਮੇਰੀ ਗੱਲ ਸੁਣੋ, ਸਕੇ ਭਰਾ ਨੂੰ ਫਿਰ ਉਹ ਟਿਕਟ ਦੇ ਦਿੰਦੇ ਜੇ ਇੰਨੀ ਗੱਲ ਸੀ, ਠੀਕ ਹੈ ਨਾ। ਟਿਕਟ ਮੈਂ ਇਸ ਕਰਕੇ ਵੀ ਨਹੀਂ ਸੀ ਮੰਗੀ ਕਿ ਮੈਂ ਸੀਐਮ ਦਾ ਭਰਾ, ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਹੋਇਆ। ਜੋ ਮੈਂ ਆਪਣਾ ਬਾਇਓਡਾਟਾ ਬਣਾਇਆ ਸੀ ਉਹਦੇ 'ਚ ਮੈਂ ਕਲੀਅਰ ਲਿਖਿਆ ਕਿ ਮੈਨੂੰ ਇਸ ਕਰਕੇ ਨਾ ਕੰਸੀਡਰ ਕਰੋ ਕਿ ਮੈਂ ਸੀਐਮ ਦਾ ਭਰਾ, ਮੇਰੇ ਕੋਲ ਇਸ ਕਰਕੇ ਕੰਸੀਡਰ ਕਰੋ ਕਿ ਮੈਂ ਕੰਮ ਕਰ ਰਿਹਾ, ਮੈਂ ਫੀਲਡ ਵਿੱਚ ਹਾਂ। ਉਹ ਤੇ ਤੁਸੀਂ ਸਾਰੇ ਮੇਰੀ ਵਰਕੇਬਿਲਿਟੀ ਦੇਖੋ, ਮੇਰੀ ਕੰਮ ਦੇਖੋ, ਦੂਜਿਆਂ ਦਾ ਵੀ ਦੇਖੋ। ਮੈਂ ਇਸ ਕਰਕੇ ਟਿਕਟ ਮੰਗ ਰਿਹਾ ਸੀ, ਔਰ ਮੈਂ ਚੰਗਾ ਕੰਮ ਕਰੂੰਗਾ ਤਾਂ ਲੋਕ ਚੰਨੀ ਸਾਹਿਬ ਨੂੰ ਕਹਿਣਗੇ ਤੇਰਾ ਭਰਾ ਚੰਗਾ ਕੰਮ ਕਰਦਾ। ਜੇ ਮੈਂ ਮਾੜਾ ਕਹਾਂਗਾ ਤਾਂ ਮਾੜਾ ਕਰਦੇ, ਲੇਕਿਨ ਮੈਂ ਚੰਗੇ ਕੰਮ ਕਰਨਾ ਚਾਹੁੰਦਾ। ਜੇ ਤੁਸੀਂ ਸੇਵਾ ਕਰੋਗੇ ਲੋਕਾਂ ਦੀ ਤਾਂ ਕਿਉਂ ਤੁਹਾਨੂੰ ਕੋਈ ਮਾੜਾ ਕਹੇਗਾ, ਕਿਉਂ ਕਿਸੇ ਦੀ ਇਮੇਜ ਡਾਊਨ ਜਾਏਗੀ। ਮੈਂ ਚੰਗਾ ਕੰਮ ਕਰਾਂਗਾ, ਲੋਕਾਂ ਦੀ ਸੋਚ ਦਾ ਕੰਮ ਕਰਾਂਗਾ। ਸੀਐਮ ਚੰਨੀ ਦੇ ਕਾਰਜਕਾਲ ਨੂੰ ਕਿੱਦਾਂ ਦੇਖਦੇ ਹੋ? ਬਹੁਤ ਵਧੀਆ ਕਾਰਜ ਕਰ ਰਿਹਾ। 111 ਦਿਨ ਮਿਲੇ ਹੈ। ਦੇਖੋ ਤੁਸੀਂ ਕਿੰਨੇ ਵਧੀਆ ਕੰਮ ਕਰੇ ਉਹਨਾਂ ਨੇ, ਤੇ ਉਹ ਵੀ ਕੰਮ ਅਸੀਂ ਲੋਕਾਂ ਨੂੰ ਦੱਸਦੇ ਹਾਂ, ਮੈਂ ਵੀ ਦੱਸਦਾ। ਜੋ ਵੀ ਚੰਗੇ ਕੰਮ ਕਰਤੇ ਉਹ ਤਾਂ ਦੱਸਣੇ ਆ। ਬਿਲਕੁਲ ਵਧੀਆ ਕੰਮ ਰਿਹਾ। ਸੀਐਮ ਫੇਸ ਹੋਣੇ ਚਾਹੀਦੇ ਆ, ਸੀਐਮ ਚੰਨੀ ਹੋਣੇ। ਦੇਖੋ ਜੇ ਉਹਨਾਂ ਨੇ ਕੰਮ ਵਧੀਆ ਕਰਿਆ ਤਾਂ ਸੀਐਮ ਫੇਸ ਬਣਾਉਣਾ ਚਾਹੀਦਾ ਉਹਨਾਂ ਨੂੰ। ਦੁਬਾਰਾ ਬਣ ਸਕਦੇ ਮੁੱਖ ਮੰਤਰੀ? ਬਿਲਕੁਲ ਬਣ ਸਕਦੇ ਆ, ਕਿਉਂਕਿ ਉਹਨਾਂ ਦੇ ਕੰਮ ਕਰਨ ਦਾ, ਜੋ ਮਿਹਨਤ ਕਰਨ ਦਾ ਉਹਨਾਂ ਕੋਲ ਸਟਾਈਲ ਹੈ ਉਹਨਾਂ ਦਾ, ਉਹ ਹਰੇਕ ਬੰਦੇ ਕੋਲ ਨਹੀਂ ਹੁੰਦਾ। ਇਸ ਕਰਕੇ ਉਹ ਬਣ ਸਕਦੇ ਆ ਤੇ ਬਣਨੇ ਚਾਹੀਦੇ। ਜੇ ਤੁਸੀਂ ਜਿੱਤਦੇ ਹੋ ਤਾਂ ਤੁਸੀਂ ਕਾਂਗਰਸ ਸ਼ਾਮਲ ਹੋਵੋਗੇ? ਸ਼ਾਮਲ ਹੋਣ ਤਾਂ ਦੇਖੋ ਕੋਈ ਵੀ ਇੰਡੀਪੈਂਡੈਂਟ ਜਿਹੜਾ ਐਮਐਲਏ ਹੁੰਦਾ, ਹੀ ਕੈਨ ਨਾਟ ਜੁਆਇਨ ਐਨੀ ਪਾਰਟੀ। ਇੱਕ ਗੱਲ ਤੁਹਾਨੂੰ ਮੈਂ ਦੱਸਦਾ, ਹਾਂ ਕਿਸੇ ਪਾਰਟੀ ਦੀ ਸਪੋਰਟ ਕਰਨੀ ਹੈ, ਜੇ ਪਰਮਾਤਮਾ ਨੇ ਕਿਰਪਾ ਕਰੀ ਅਸੀਂ ਐਮਐਲਏ ਬਣੇ ਤਾਂ ਉਦੋਂ ਫਿਰ ਲੋਕਾਂ ਨੂੰ ਪੁੱਛ ਲਾਂਗੇ ਭਾਈ, ਜਾਂ ਆਪਣੇ ਇਲਾਕੇ ਬਾਰੇ ਦੇਖ ਲਾਂਗੇ ਕਿਵੇਂ ਪ੍ਰੋਗਰੈਸ ਹੋਏਗੀ, ਕਿਹਦੀ ਸਪੋਰਟ ਕਰਕੇ ਪ੍ਰੋਗਰੈਸ ਹੋਏਗੀ, ਉਹ ਕਰ ਲਾਂਗੇ। ਜਾਂ ਭਰਾ ਦੀ ਪਾਰਟੀ ਜਾਓਗੇ ਫਿਰ ਵੀ ਜੇ ਭਰਾ ਸੀਐਮ ਬਣਦਾ ਹੋਇਆ, ਇੱਕ ਦੋ ਬੰਦੇ ਰਹਿੰਦੇ ਹੋਏ? ਨਾ ਫਿਰ ਤਾਂ ਚਲੀ ਜਾਵਾਂਗੇ, ਕੋਈ ਗੱਲ ਨਹੀਂ, ਫਿਰ ਤਾਂ ਕੋਈ ਗੱਲ ਨਹੀਂ ਹੈਗਾ। ਲੇਕਿਨ ਫਿਰ ਵੀ ਸਾਨੂੰ ਆਪਣੀ ਇਲਾਕੇ ਨੂੰ, ਆਪਣੀ ਕੰਸਟੀਟੂਐਂਸੀ ਨੂੰ ਧਿਆਨ 'ਚ ਰੱਖ ਕੇ ਕਰਨਾ ਪਵੇਗਾ ਸਭ ਕੁਝ, ਉਵੇਂ ਹੀ ਕਰਾਂਗੇ। ਮੰਨ ਲਓ ਤੁਸੀਂ ਜਿੱਤਦੇ ਹੋ ਔਰ ਤੁਹਾਡੇ ਭਰਾ ਦੀ ਸਰਕਾਰ ਬਣਦੀ ਹੈ ਤਾਂ ਫਿਰ ਮਨ 'ਚ ਬਲਬਲਾ ਉੱਠਦਾ ਹੋਣਾ, ਯਾਰ ਆਪਾਂ ਤਾਂ ਆਹ ਡੈਜ਼ਿਗਨੇਸ਼ਨ ਆ ਉਹਦਾ ਮਿਲ ਜੇ। ਨਹੀਂ ਉਹਦੇ ਦੀ ਕੋਈ ਆਸ ਨਹੀਂ ਹੈਲਥ ਮਿਨਿਸਟਰ ਬਣਨ ਦੀ ਚਾਹ ਹੈਗੀ? ਮੇਰੀ ਗੱਲ ਸੁਣੋ, ਨਹੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਕਿ ਪਾਵਰ ਨਹੀਂ ਚਾਹੀਦੀ ਸਾਨੂੰ, ਰਿਸਪੌਂਸਿਬਿਲਟੀ ਐਂਡ ਵਿਜ਼ਨ ਚਾਹੀਦੀ ਹੈ। ਹਾਂ ਜੋ ਵੀ ਕੋਈ ਸਾਨੂੰ ਕਹੇਗਾ ਕੰਮ, ਜਿਹੜਾ ਮਰਜ਼ੀ ਕੰਮ ਲਾ ਦੇ, ਆਪਾਂ ਦਾ ਕੰਮ ਕਰਨਾ। ਜੋਬ ਛੱਡੀਏ, ਕੰਮ ਕਰਨ ਨੂੰ, ਸੇਵਾ ਕਰਨ ਨੂੰ ਹੀ ਛੱਡੀਏ, ਤੇ ਕੋਈ ਗੱਲ ਨਹੀਂ, ਕਰ ਦਾਂਗੇ ਕੰਮ, ਜੋ ਜਿਹੜਾ ਵੀ ਮਿਲੇਗਾ ਕਰਾਂਗੇ। ਤੁਸੀਂ ਮੈਦਾਨ ਦੇ ਵਿੱਚੋਂ, ਤੁਹਾਡੇ ਭਰਾ ਤੁਹਾਨੂੰ ਲੱਗਦਾ ਜੀਪੀ ਹੁਣਾਂ ਵਾਸਤੇ ਪ੍ਰਚਾਰ ਵਾਸਤੇ ਆਉਣਗੇ, ਤੁਹਾਡੇ ਅਗੇਂਸਟ ਹੀ ਹੋਣਗੇ ਵੀ? ਦੇਖੋ ਇਹ ਨਹੀਂ ਮੈਨੂੰ ਪਤਾ,
ਪਾਰਟੀ ਦੀ ਜੋ ਹੋ ਸਕਦਾ ਪਾਰਟੀ ਉਹਨਾਂ ਨੂੰ ਕਹਿ ਦੇ ਜਾਂ ਪਾਰਟੀ ਵਾਰੀ ਜੋ ਉਹਨਾਂ ਦੀ ਡਿਊਟੀ ਲਾਏਗੀ ਉਹ ਪਤਾ ਨਹੀਂ ਕੀ ਹੋਏਗਾ। ਕੋਈ ਨਹੀਂ, ਹਲੇ 10-15 ਦਿਨ ਹੈ, 15 ਦਿਨ ਨਿਕਲ ਜਾਣੇ, ਕਿਹੜੇ ਪਤਾ ਲੱਗਣਾ। ਮਿਹਨਤ 'ਚ ਨਿਕਲ ਰਹੇ ਹਾਂ। ਸਵੇਰੇ ਸਾਜਰੇ ਤੋਂ ਲੋਕ ਘਰ ਪਹੁੰਚ ਜਾਂਦੇ ਆ, ਉਸ ਤੋਂ ਬਾਅਦ ਅਸੀਂ ਲੋਕਾਂ ਕੋਲ ਪਹੁੰਚ ਜਾਂਦੇ ਆ। ਐਂ ਟਾਈਮ ਲੱਗ ਜਾਣਾ, 15-20 ਦਿਨ ਦੀ ਗੱਲ ਹੈ, ਕੋਈ ਗੱਲ ਨਹੀਂ। ਪੱਕਾ ਮਨ ਬਣਾ ਲਿਆ ਨੋਮੀਨੇਸ਼ਨ ਵਾਪਸ ਤਾਂ ਨਹੀਂ ਲਾਓਗੇ? ਉਹ ਨਹੀਂ, ਨਥਿੰਗ ਲਾਈਕ ਦੈਟ, ਨੋ ਗੋਇੰਗ ਬੈਕ। ਵੀ ਵਿਲ ਕੰਟੀਨਿਊ ਵਿਦ ਆਰ ਆਬਜੈਕਟਿਵ ਇਸ ਕੇ ਲੋਕਾਂ ਦੀ ਸੇਵਾ ਕਰੀਏ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ। ਸੋ ਡਾਕਟਰ ਮਨੋਹਰ ਸਿੰਘ ਸਾਡੇ ਨਾਲ ਸਨ। तमाम ਗੱਲਾਂ ਉਹਨਾਂ ਦੇ ਨਾਲ ਹੋਈਆਂ ਨੇ ਜਿਹੜੀਆਂ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ ਨੇ, ਕਿਉਂਕਿ ਡਾਕਟਰ ਮਨੋਹਰ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਔਰ ਸੀਐਮ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਛੋਟੇ ਭਰਾ ਨੇ, ਸਕੇ ਭਰਾ ਨੇ, ਔਰ ਇਹ ਲਗਾਤਾਰ ਟਿਕਟ ਦੀ ਮੰਗ ਕਰ ਰਹੇ ਸੀ ਪਰ ਟਿਕਟ ਇਹਨਾਂ ਨੂੰ ਨਹੀਂ ਮਿਲ ਪਾਈ, ਜਿਸ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ। ਤੇ ਨਾਲ ਹੀ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਮੇਰੇ ਨਾਲ ਜੁੜ ਰਹੇ ਨੇ ਤੇ ਮੌਜੂਦਾ ਕਾਂਗਰਸੀ ਵਿਧਾਇਕ ਤੋਂ ਲੋਕ ਨਾਰਾਜ਼ ਚੱਲ ਰਹੇ ਨੇ। ਕੰਮਕਾਜ ਕਹਿੰਦੇ ਉਹਨਾਂ ਨੇ ਕੀਤਾ ਨਹੀਂ, ਇਸ ਕਰਕੇ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ ਤੇ ਇਹ ਸੀਟ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕ ਜੁੜ ਰਹੇ ਨੇ ਔਰ ਜਿੱਤਣ ਦੀ ਵੀ ਆਸ ਜਤਾਈ ਜਾ ਰਹੀ ਹੈ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਬੱਸੀ ਪਠਾਣਾ।